ਧੰਨ ਵਾਹਿਗੁਰੂ ਜੀਓ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇਕ ਜਾਗੰਦੀ ਨਾ ਲਹਿਨ, ਇਕ ਨਾ ਸੁਤਿਆਂ ਦੀ ਉਠਾਲ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇਕ ਜਾਗੰਦੀ ਨਾ ਲਹਿਨ, ਇਕ ਨਾ ਸੁਤਿਆਂ ਦੀ ਉਠਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬੜੇ ਅਦਬ ਨਾਲ ਆਪ ਜੀ ਨੇ ਗੁਰਬਾਣੀ ਦੇ ਪਾਠ ਅਤੇ ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਲਾਹਾ ਗੁਰੂ ਸਵਾਰਿਆਂ ਪਾਸੋਂ ਪ੍ਰਾਪਤ ਕੀਤਾ ਹੈ। ਆਪਾਂ ਯਤਨ ਕਰ ਰਹੇ ਹਾਂ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ, ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਇਹ ਜੋ ਯਤਨ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਜਿਨ੍ਹਾਂ ਸ਼ਲੋਕਾਂ ਦੀ ਵਿਚਾਰ ਸਾਂਝੀ ਕੀਤੀ ਹੈ, ਪਹਿਲੇ ਪਹਿਰੇ ਫੁੱਲੜਾ ਫਲ ਭੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ। ਸਾਈਂ ਵੱਲੋਂ ਉਹਨਾਂ ਨੂੰ ਉੱਚੀ ਆਤਮਿਕ ਜੀਵਨ ਅਵਸਥਾ ਰੂਪ ਵਿੱਚ ਦਾਤ ਪ੍ਰਾਪਤ ਹੁੰਦੀ ਹੈ, ਜਿਹੜੇ ਅੰਦਰੋਂ ਜਾਗ ਕੇ ਸੁਚੇਤ ਰਹਿ ਕੇ ਪਰਮੇਸ਼ਰ ਦੇ ਗੁਣਾਂ ਦਾ ਅਭਿਆਸ ਕਰਦੇ ਹਨ, ਰੱਬੀ ਰਾਹ ਉੱਤੇ ਤੁਰਨ ਦਾ ਯਤਨ ਕਰਦੇ ਹਨ। ਕਿੰਨੇ ਖੂਬਸੂਰਤ ਬੋਲ ਹਨ ਜੋ ਆਪਾਂ ਪਿਛਲੇ ਦੀਵਾਨਾਂ ਤੋਂ ਲੜੀਵਾਰ ਲਗਾਤਾਰ ਵਿਚਾਰਦੇ ਆ ਰਹੇ ਹਾਂ। ਜਿਸ ਵੇਲੇ ਮਨੁੱਖ ਧਰਮ ਦੇ ਰਾਹ ਦੇ ਉੱਤੇ ਤੁਰਦਾ ਹੈ, ਸੱਚ ਦੇ ਰਾਹ ਦੇ ਉੱਤੇ ਤੁਰਨ ਦਾ ਯਤਨ ਕਰਦਾ ਹੈ, ਤਾਂ ਉਸ ਨੂੰ ਕਿਸੇ ਨਿਯਮ ਵਿੱਚ ਆਪਣੇ ਆਪ ਨੂੰ ਬੰਨ੍ਹਣਾ ਪੈਂਦਾ ਹੈ, ਕਿਸੇ ਮਰਿਆਦਾ ਵਿੱਚ ਆਉਣਾ ਪੈਂਦਾ ਹੈ। ਫਿਰ ਉਸ ਨੂੰ ਲਗਾਤਾਰ ਅਭਿਆਸ, ਪ੍ਰੈਕਟਿਸ, ਯਤਨ ਕਰਨਾ ਪੈਂਦਾ ਹੈ। ਪਰ ਇਸ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਮੰਜ਼ਿਲ, ਮੇਰਾ ਟੀਚਾ ਕੀ ਹੈ, ਮੇਰਾ ਮਕਸਦ ਕੀ ਹੈ, ਮੈਂ ਪਹੁੰਚਣਾ ਕਿੱਥੇ ਹੈ। ਇਹ ਤਿੰਨ ਚੀਜ਼ਾਂ ਹੋ ਗਈਆਂ। ਪਰ ਜਿਹੜੀ ਚੌਥੀ ਗੱਲ ਨਾਲ ਐਡ ਕੀਤੀ ਹੈ ਗੁਰੂ ਸਾਹਿਬ ਨੇ, ਉਹ ਇਹ ਹੈ ਵੀ ਸੁਚੇਤ ਰਹਿਣਾ। ਰਸਤੇ ਵਿੱਚ ਰੁਕਾਵਟਾਂ ਵੀ ਹੋਣਗੀਆਂ। ਹਉਮੈ ਦਾ, ਅਹੰਕਾਰ ਦਾ ਮਨੁੱਖ ਦੇ ਜੀਵਨ ਵਿੱਚ ਪਹਿਲਾਂ ਹੀ ਬਹੁਤ ਬੋਲਬਾਲਾ ਹੈ। ਪਰ ਜਦੋਂ ਤੁਸੀਂ ਕੋਈ ਚੰਗੇ ਮਾਰਗ ਦੇ ਉੱਤੇ ਚੱਲਦੇ ਹੋ ਤਾਂ ਉੱਥੇ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ। ਕਿਤੇ ਐਸਾ ਨਾ ਹੋਵੇ ਦੁਨੀਆ ਦੇ ਧਨ, ਪਦਾਰਥ, ਤਾਕਤ, ਸੱਤਾ, ਪਦਵੀ, ਕਿਸੇ ਵੀ ਕਿਸਮ ਦੇ ਹੰਕਾਰ ਤੋਂ ਖਹਿੜਾ ਛਡਾਉਣ ਦੇ ਯਤਨ ਵਿੱਚ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਉਹਦਾ ਵੀ ਗਰੂਰ ਮਨ ਵਿੱਚ ਕਈ ਵਾਰ ਪੈਦਾ ਹੋ ਜਾਂਦਾ ਹੈ।
ਇਹ ਉਹ ਠੋਕਰ ਹੈ ਜਿਸ ਤੋਂ ਧਰਮ ਮਾਰਗ ਦੇ ਪਾਂਧੀ ਨੇ ਬਚਣਾ ਹੈ। ਅੰਦਰ ਸਾਡੇ ਮਨ ਅੰਦਰ ਹੋ ਸਕਦਾ ਹੈ, ਮੰਨ ਲਓ ਮੈਂ ਇੱਕ ਉਦਾਹਰਣ ਦੇ ਰਿਹਾ, ਸਮਝਣ ਵਾਸਤੇ ਹੈ ਇਸ ਸਾਰੇ ਗੱਲ ਨੂੰ। ਕੋਈ ਮਨੁੱਖ ਚੰਗੇ ਰਾਹ ਦੇ ਉੱਤੇ ਤੁਰਿਆ, ਹੁਣ ਜਦੋਂ ਚੰਗੇ ਰਾਹ ਦੇ ਉੱਤੇ ਤੁਰਦਿਆਂ ਉਹਦਾ ਅਭਿਆਸ ਕਰਦਾ, ਉਹਦੀ ਪ੍ਰੈਕਟਿਸ ਕਰਦਾ, ਨਿਤਾ ਪ੍ਰਤੀ ਯਤਨਸ਼ੀਲ ਹੈ, ਉਸ ਰਾਹ ਤੇ ਤੁਰ ਰਿਹਾ ਸਮਝੋ, ਫਿਰ ਉਹਨੂੰ ਫਰਕ ਸਮਝ ਆਉਣਾ ਹੈ ਨਾ ਵੀ ਇੱਕ ਮਾੜੇ ਕਰਮਾਂ ਵਾਲੇ ਬੰਦੇ ਵੀ ਹੁੰਦੇ ਨੇ, ਇੱਕ ਚੰਗੇ ਕੰਮਾਂ ਵਾਲੇ ਬੰਦੇ ਵੀ ਹੁੰਦੇ ਨੇ। ਉਹਦੀ ਸੰਗਤ ਬਦਲਣੀ ਹੈ, ਹੌਲੀ ਹੌਲੀ ਉਹਨੇ ਚੰਗੇ ਲੋਕਾਂ ਦੀ ਸੋਹਬਤ ਵਿੱਚ, ਸੰਗਤ ਵਿੱਚ ਬੈਠਣਾ ਹੈ, ਚੰਗੇ ਵਿਚਾਰ ਸੁਣਨੇ ਨੇ, ਚੰਗਾ ਉਪਦੇਸ਼ ਗ੍ਰਹਿਣ ਕਰਨਾ ਹੈ, ਫਿਰ ਉਹਦੀ ਕਮਾਈ ਕਰਨੀ, ਉਹਦਾ ਅਭਿਆਸ ਕਰਨਾ, ਆਪਣੇ ਮਨ ਸੁਰਤ ਨੂੰ ਉੱਚਿਆਂ ਕਰਨਾ। ਫਿਰ ਉਹਨੂੰ ਫਰਕ ਸਮਝ ਆਉਣ ਲੱਗ ਪੈਣਾ ਵੀ ਫਲਾਂ ਲੋਕ ਜਿਹੜੇ ਨੇ ਉਹ ਮਾੜੇ ਕਰਮ ਕਰਦੇ ਨੇ, ਅਗਿਆਨੀ ਹਨ, ਬੇਸਮਝ ਹਨ, ਉਹਨਾਂ ਨੂੰ ਪਤਾ ਨਹੀਂ ਹੈ। ਉਹਨੂੰ ਇਹ ਤਾਂ ਸਮਝ ਪੈਦਾ ਹੋਵੇ ਕਿ ਆਹ ਕਰਮ ਕਰਨ ਵਾਲੇ ਅਗਿਆਨੀ ਹਨ, ਮਨਮਤੀਏ ਹਨ, ਮੰਦੇ ਆਚਰਣ ਵਾਲੇ, ਮੰਦੇ ਕਰਮ ਕਰਨ ਵਾਲੇ ਹਨ, ਪਰ ਉਹਦੇ ਮਨ ਅੰਦਰ ਨਫ਼ਰਤ ਤੇ ਭੇਦਭਾਵ ਪੈਦਾ ਨਾ ਹੋਵੇ। ਜੇ ਉਹਦੇ ਮਨ ਵਿੱਚ ਵੀ ਨਫ਼ਰਤ ਪੈਦਾ ਹੋ ਗਈ, ਭੇਦਭਾਵ ਉਹਨਾਂ ਜੀਆਂ ਦੇ ਪ੍ਰਤੀ ਪੈਦਾ ਹੋ ਗਿਆ, ਤੇ ਧਰਮ ਤਾਂ ਉਦੋਂ ਹੀ ਗਵਾਚ ਗਿਆ, ਫਿਰ ਉਹਦੀ ਕਮਾਈ ਦਾ ਕੋਈ ਅਰਥ ਹੀ ਨਹੀਂ ਨਿਕਲਿਆ। ਨਫ਼ਰਤ ਤੇ ਅੱਗੇ ਹੀ ਸੰਸਾਰ 'ਚ ਬੜੀ ਹੈ, ਭੇਦਭਾਵ ਤਾਂ ਪਹਿਲਾਂ ਹੀ ਭਰਿਆ ਪਿਆ ਸੀ ਮਨ ਵਿੱਚ। ਉਸ ਬਿਮਾਰੀ ਨੂੰ ਅੰਦਰੋਂ ਕੱਢਣ ਵਾਸਤੇ ਹੀ ਤਾਂ ਧਰਮ ਦੇ ਮਾਰਗ ਤੇ ਉੱਤੇ ਆਉਣਾ ਸੀ। ਇੱਥੇ ਨਵਾਂ ਭੇਦਭਾਵ ਬੰਦੇ ਨੇ ਸਿਰਜ ਲਿਆ, ਇੱਥੇ ਨਵੀਂ ਨਫ਼ਰਤ ਪਾਲ ਲਈ ਇੱਕ ਦੂਜੇ ਦੇ ਪ੍ਰਤੀ, ਤੇ ਇਹਦਾ ਮਤਲਬ ਹੈ ਕਮਾਈ ਹੋਈ ਨਹੀਂ। ਇਹਦਾ ਮਤਲਬ ਹੈ ਮਨੁੱਖ ਨੇ ਧਿਆਨ ਨਹੀਂ ਰੱਖਿਆ ਵੀ ਰੁਕਾਵਟਾਂ ਕਿਵੇਂ ਆ, ਕਿਹੜੇ ਰੂਪ ਵਿੱਚ ਆ ਸਕਦੀਆਂ ਨੇ ਮੇਰੇ ਸਾਹਮਣੇ। ਮੈਂ ਬਾਬਾ ਕਬੀਰ ਸਾਹਿਬ ਦਾ ਵਾਕ ਪੜ੍ਹਦਾ, ਉਸ ਵਿੱਚ ਉਹ ਲਿਖਦੇ ਹਨ, ਕਬੀਰ ਆਈ ਮੁਝੈ ਪੈ ਅਨਕ ਕਰੇ ਕਰ ਭੇਸ। ਕਹਿੰਦੇ ਨੇ ਮਾਇਆ ਕਈ ਰੂਪਾਂ ਵਿੱਚ, ਕਈ ਭੇਖ ਬਣਾ ਕੇ ਮੈਨੂੰ ਉਲਝਾਉਣ ਵਾਸਤੇ ਮੇਰੇ ਜੀਵਨ ਵਿੱਚ, ਮੇਰੇ ਰਾਹ ਪੈਂਡੇ ਵਿੱਚ ਰੁਕਾਵਟ ਬਣ ਕੇ ਆਉਂਦੀ ਰਹੀ। ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਪਰ ਗੁਰੂ ਨੇ ਕਿਰਪਾ ਕੀਤੀ, ਮੈਨੂੰ ਇਹ ਸਮਝ ਬਖਸ਼ ਦਿੱਤੀ ਕਿ ਧਰਮ ਕਰਮ ਕਰਦਿਆਂ ਵੀ ਇਹਦਾ ਗਰੂਰ ਤੇ ਹੰਕਾਰ ਜੇ ਪੈਦਾ ਹੋ ਗਿਆ, ਦੂਜੇ ਪ੍ਰਤੀ ਨਫ਼ਰਤ ਪੈਦਾ ਹੋ ਗਈ, ਤੀਜੇ ਪ੍ਰਤੀ ਭੇਦਭਾਵ ਪੈਦਾ ਹੋ ਗਿਆ, ਚੌਥੇ ਪ੍ਰਤੀ ਗਿਲਾਨੀ ਪੈਦਾ ਹੋ ਗਈ, ਆਪਣੇ ਆਪ ਨੂੰ ਉੱਚਿਆਂ ਸਮਝਣ ਦਾ ਭਰਮ ਅੰਦਰ ਪੈਦਾ ਹੋ ਗਿਆ, ਮੈਂ ਮੰਜ਼ਿਲ ਤੇ ਪਹੁੰਚ ਗਿਆ, ਇਹ ਭੁਲੇਖਾ ਹੀ ਅੰਦਰ ਪੈਦਾ ਹੋ ਗਿਆ, ਤੇ ਤਾਂ ਵੀ ਮਾਇਆ ਦਾ ਗਰਸਿਆ ਜਾਏਗਾ। ਤੂੰ ਤਾਂ ਵੀ ਮਾਇਆ ਤੋਂ ਬਚ ਨਹੀਂ ਸਕਦਾ। ਇਸ ਵਾਸਤੇ ਇੱਥੇ ਹੋਰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਠੋਕਰਾਂ ਟੱਕਰਾਂ ਥਾਂ ਥਾਂ ਦੇ ਉੱਤੇ ਲੱਗਣ ਦੀ ਸੰਭਾਵਨਾ ਹੈ। ਇਹ ਮਾਇਆ ਦੇ ਤੱਤੇ ਝੋਲੇ ਹਨ ਜਿਨ੍ਹਾਂ ਦੇ ਬੁੱਲਿਆਂ ਤੋਂ ਤੂੰ ਬਚਣਾ ਹੈ। ਇਹ ਵੀ ਝੱਖੜ ਤੇਰੇ ਰਾਹ ਵਿੱਚ ਝੁੱਲਣੇ ਨੇ ਜਿਨ੍ਹਾਂ ਤੋਂ ਤੂੰ ਪਾਰ ਲੰਘਣਾ ਹੈ। ਇਹ ਨਾ ਹੋਵੇ ਦੁਨੀਆਦਾਰੀ ਦੀ ਹਉਮੈ ਤੋਂ ਖਹਿੜਾ ਛਡਾਉਂਦਾ ਛਡਾਉਂਦਾ ਤੂੰ ਧਰਮ ਕਾਰਜਾਂ ਦੀ ਹਉਮੈ ਪਾਲ ਲੈ। ਤੀਰਥ ਬ੍ਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਇਹ ਨਾ ਹੋਵੇ ਬਾਕੀ ਸੰਸਾਰ ਦੀ ਈਰਖਾ ਛੱਡਦਾ ਇੱਥੇ ਨਵੀਂ ਈਰਖਾ ਪੈਦਾ ਕਰ ਲੈ, ਨਵਾਂ ਭੇਦਭਾਵ, ਨਵੀਂ ਨਫ਼ਰਤ, ਨਵਾਂ ਸਵਾਰਥ, ਨਵੀਂ ਵਾਸ਼ਨਾ ਤੇਰੇ ਅੰਦਰ ਜਨਮ ਲੈ ਲੈ। ਫਰਕ ਇਹ ਉਹ ਦੁਨੀਆਦਾਰੀ ਦੇ ਲੇਬਲ ਥੱਲੇ ਸੀ, ਇਹ ਮਜ਼ਹਬ ਦੇ ਲੇਬਲ ਥੱਲੇ ਹੋ। ਤਾਂ ਬਚਣਾ, ਬਿਮਾਰੀ ਬਿਮਾਰੀ ਹੈ, ਰੋਗ ਰੋਗ ਹੈ, ਔਗਣ ਔਗਣ ਹੈ। ਇੱਥੇ ਵੀ ਉਹਨਾਂ ਔਗਣਾਂ ਤੋਂ ਉਸੇ ਤਰ੍ਹਾਂ ਹੀ ਬਚਣ ਦੀ ਲੋੜ ਪੈਣੀ ਹੈ ਇੱਥੇ, ਕਿਉਂਕਿ ਤੈਨੂੰ ਪਤਾ ਨਹੀਂ ਲੱਗਣਾ ਵੀ ਹੁਣ ਮੈਨੂੰ ਕਿਹੜੇ ਕਿਸਮ ਦੀ ਹਉਮੈ ਚੰਬੜ ਗਈ ਹੈ। ਦਾਨ ਕਰਨ ਦੀ ਹਉਮੈ ਚੰਬੜ ਗਈ, ਤੀਰਥ ਯਾਤਰਾ ਦੀ ਹਉਮੈ ਚੰਬੜ ਗਈ। ਜੋ ਧਰਮ ਕਰਮ ਨਹੀਂ ਕਰਦੇ ਹਨ ਉਹਨਾਂ ਪ੍ਰਤੀ ਨਫ਼ਰਤ ਤੇ ਭੇਦਭਾਵ ਮਨ ਵਿੱਚ ਪੈਦਾ ਹੋ ਗਿਆ। ਤੂੰ ਫਿਰ ਧਰਮੀ ਨਹੀਂ ਰਿਹਾ, ਧਰਮੀ ਦੀ ਦ੍ਰਿਸ਼ਟੀ ਤੇ ਸਮਾਨ ਹੋ ਜਾਣੀ। ਧਰਮੀ ਮਨੁੱਖ ਦੇ ਅੰਦਰ ਤਾਂ ਨਿਰਛਲਤਾ, ਨਿਸ਼ਕਪਟਤਾ ਪੈਦਾ ਹੋ ਜਾਣੀ। ਉਹਦੇ ਅੰਦਰ ਕਪਟ ਵੀ ਨਹੀਂ ਰਹਿਣਾ, ਛਲ ਵੀ ਨਹੀਂ ਰਹਿਣਾ, ਦੰਭ ਵੀ ਨਹੀਂ ਰਹਿਣਾ, ਵਿਖਾਵਾ ਵੀ ਨਹੀਂ ਰਹਿਣਾ। ਉਹ ਤਾਂ ਅੰਦਰੋਂ ਸਾਫ਼ ਹੋ ਜਾਣਾ। ਇਸ ਲਈ ਸੁਚੇਤ ਕਰਦੇ ਹਨ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਹੁਣ ਅਗਲਾ ਜਿਹੜਾ ਸ਼ਲੋਕ ਹੈ ਵੀ ਬਾਬਾ ਸ਼ੇਖ ਫਰੀਦ ਸਾਹਿਬ ਦਾ ਹੀ ਹੈ। ਉਹ ਫਰਮਾਉਂਦੇ ਹਨ, ਦਾਤੀ ਸਾਹਿਬ ਸੰਦੀਆਂ। ਕਿਹੜੀਆਂ ਦਾਤਾਂ ਪਿਛਲੇ ਸ਼ਲੋਕਾਂ 'ਚ ਆਪਾਂ ਵਿਆਖਿਆ ਪੜ੍ਹੀ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਬੜੀ ਕਿਰਪਾ ਕਰਕੇ
ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਹੋਰ ਵਿਆਖਿਆ ਕਰਕੇ ਸਾਨੂੰ ਦੱਸਿਆ ਵੀ ਬਾਬਾ ਫਰੀਦ ਸਾਹਿਬ ਇਸ ਕਰਕੇ ਕਹਿ ਰਹੇ ਨੇ ਵੀ ਆਹ ਅਭਿਆਸ ਚੋਂ ਆਹ ਚੀਜ਼ ਪ੍ਰਾਪਤ ਕਰਨੀ। ਉਹ ਕੀ ਹੈ? ਬੇਮੁਥਾਜੀ, ਰੱਬ ਦੇ ਭਾਣੇ ਵਿੱਚ ਰਾਜ਼ੀ ਰਹਿਣਾ, ਖਲਕਤ ਨਾਲ ਪ੍ਰੇਮ ਕਰਨਾ, ਦੁੱਖ ਸੁੱਖ ਇੱਕ ਜਾਣਨਾ, ਮਨ ਚੋਂ ਵਿਕਾਰ ਬਾਹਰ ਕੱਢ ਲੈਣਾ, ਸੰਸਾਰ ਦੇ ਜੀਵਾਂ, ਬੁਰੇ ਜੀਵਾਂ ਦੇ ਜਵਾਬ ਵਿੱਚ ਜਾਂ ਬੁਰੇ ਬੰਦਿਆਂ ਦੀ ਬਰਾਬਰੀ ਕਰਦਿਆਂ ਉਹਨਾਂ ਦੀ ਸੋਭਤ ਵਿੱਚ ਜਾ ਕੇ ਬੁਰੇ ਨਹੀਂ ਬਣਨਾ। ਇਹ ਸਾਰਾ ਕੁਝ, ਇਹ ਸਾਰੇ ਜਿਹੜੀਆਂ ਦਾਤਾਂ ਨੇ ਕਿਹਦੀਆਂ ਨੇ? ਮਾਲਕ ਦੀਆਂ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ। ਇਹ ਦਾਤਾਂ ਹਾਸਲ ਕਰਨ ਵਾਸਤੇ ਕੋਈ ਜ਼ੋਰ ਅਜ਼ਮਾਈ ਕੰਮ ਨਹੀਂ ਆਉਣੀ। ਚਤੁਰਾਈ, ਜਿਹਨੂੰ ਆਪਾਂ ਕਹਿੰਦੇ ਚਲਾਕੀ, ਚਤੁਰਾਈ, ਚੰਚਲਤਾ, ਦਾਵਾ, ਵਿਖਾਵਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਮ ਨਹੀਂ ਆਉਣੀਆਂ ਦਾਤਾਂ ਹਾਸਲ ਕਰਨ ਵਾਸਤੇ। ਨਾ ਇਹ ਵਿਖਾਵੇ ਨਾ ਹਾਸਲ ਹੋਵੇ, ਨਾ ਇਹ ਦਾਅਵੇ ਨਾ ਹਾਸਲ ਹੋਵੇ, ਨਾ ਹੰਕਾਰ ਨਾ ਹਾਸਲ ਹੋਵੇ, ਨਾ ਕਰਮਕਾਂਡੀ ਮਾਰਗ ਤੇ ਤੁਰ ਕੇ ਹਾਸਲ ਹੋਵੇ। ਇਹ ਸਾਰੇ ਯਤਨ ਜਿਹੜੇ ਨੇ ਕੰਮ ਨਹੀਂ ਆਉਣੇ। ਕਿਆ ਚੱਲੇ ਤੇ ਸਾਰ, ਕੋਈ ਜ਼ੋਰ ਅਜ਼ਮਾਈ ਨਹੀਂ ਹੋਏਗੀ, ਹੱਠ ਨਹੀਂ ਕੰਮ ਆਏਗਾ। ਫਿਰ ਆਖਦੇ ਨੇ ਇੱਕ ਜਾਗੰਦੇ ਨਾ ਲਹਿਨ। ਕਈ ਜਾਗਦੇ ਹੋਏ ਵੀ ਇਹ ਦਾਤ ਹਾਸਲ ਨਹੀਂ ਕਰ ਸਕਦੇ। ਹੁਣ ਪਹਿਲੇ ਸ਼ਲੋਕ ਵਿੱਚ ਸੀ ਬਾਬਾ ਫਰੀਦ ਸਾਹਿਬ ਦਾ ਇਹ ਵਿਚਾਰ, ਜੋ ਜਾਗਨ ਲਹਨ ਸੀ। ਉਸੇ ਜਾਗਣ ਦਾ ਭਾਵ ਸੀ ਆਤਮਿਕ ਤੌਰ ਤੇ ਸੁਚੇਤ ਹੋਣਾ, ਅੰਦਰੋਂ ਜਾਗਣਾ। ਇੱਥੇ ਜਾਗਣ ਦਾ ਭਾਵ ਹੈ ਦਾਅਵਾ ਕਰਨ ਵਾਲੇ ਬੰਦੇ। ਹੁੰਦਾ ਹੈ ਨਾ, ਮੇਰੇ ਵਰਗਾ ਸ਼ਖਸ ਰੌਲਾ ਪਾਉਂਦਾ, ਮੈਂ ਬੜਾ ਧਰਮੀ ਹਾਂ, ਮੈਂ ਬੜੀ ਕਮਾਈ ਕੀਤੀ, ਮੈਂ ਬੜੀ ਸੇਵਾ ਕੀਤੀ, ਮੈਂ ਬੜਾ ਭਜਨ ਕੀਤਾ, ਮੈਂ ਬੜਾ ਸਤਸੰਗ ਕੀਤਾ। ਉਹ ਮੇਰੇ ਵਰਗਾ ਦਾਅਵਾ ਕਰਦਾ ਰਹਿ ਜਾਂਦਾ ਹੈ, ਹੰਕਾਰ ਪੈਦਾ ਹੋ ਜਾਂਦਾ ਹੈ ਤੇ ਪ੍ਰਾਪਤੀ ਕੋਈ ਹੁੰਦੀ ਨਹੀਂ। ਮੇਰੇ ਸਾਰੇ ਕੰਮ ਕਿਹੜੇ ਖਾਤੇ ਪੈ ਗਏ? ਦੁਨੀਆ ਨੂੰ ਐਡਵਰਟਾਈਜ਼ਮੈਂਟ ਕਰਨ 'ਚ, ਆਪਣੀ ਮਸ਼ਹੂਰੀ ਕਰਨ 'ਚ ਹੀ ਮੈਂ ਸਮਾਂ ਗੁਜ਼ਾਰ ਲਿਆ, ਦੱਸਣ 'ਚ ਹੀ ਵਕਤ ਕੱਢ ਲਿਆ, ਵੀ ਦੂਜਿਆਂ ਨੂੰ ਜਿਤਾਉਣਾ ਵੀ ਮੈਂ ਇੰਨਾ ਕਰਦਾ, ਮੈਂ ਇੰਨਾ ਵਧੀਆ, ਮੈਂ ਇੰਨਾ ਉੱਤਮ, ਮੈਂ ਇੰਨਾ ਕਮਾਈ ਵਾਲਾ, ਇੰਨਾ ਧਰਮੀ। ਹੁਣ ਉਹ ਜਿਹੜਾ ਧਰਮ ਕਰਮ ਹੈ ਉਹ ਕਿਹੜੇ ਖਾਤੇ ਜਾ ਰਿਹਾ? ਮੇਰੀ ਈਗੋ ਨੂੰ ਪ੍ਰੋਟੈਕਟ ਕਰ ਰਿਹਾ, ਮੇਰੀ ਹਉਮੈ ਨੂੰ ਵਧਾ ਰਿਹਾ। ਉਹਦੇ ਵਿੱਚੋਂ ਮੈਂ ਦੁਨੀਆ ਦੇ ਕੋਲੋਂ, ਲੋਕਾਂ ਦੇ ਕੋਲੋਂ, ਉਹਦੇ ਇਵਜ਼ ਦੇ ਵਿੱਚ ਲੋਕ ਮੈਨੂੰ ਚੰਗਾ ਕਹਿੰਦੇ ਨੇ, ਸਤਿਕਾਰ ਦਿੰਦੇ ਨੇ ਤੇ ਮੇਰੀ ਹਉਮੈ ਵੱਧਦੀ ਹੈ। ਉਹ ਸਾਰਾ ਕੁਝ ਸਰਕਲ ਬਣ ਗਿਆ, ਇੱਕ ਅੰਦਰ ਇੱਕ ਸਰਕਲ ਬਣ ਗਿਆ ਜੀਵਨ ਦਾ, ਵੀ ਚੰਗਾ ਕਰਨਾ ਹੈ, ਮਸ਼ਹੂਰੀ ਕਰਨੀ ਹੈ, ਸਤਿਕਾਰ ਲੈਣਾ ਹੈ, ਫਿਰ ਉਹਦੇ ਇਵਜ਼ ਵਿੱਚ ਚੰਗਾ ਕਰਨਾ ਹੈ, ਫਿਰ ਮਸ਼ਹੂਰੀ ਕਰਨੀ, ਫਿਰ ਸਤਿਕਾਰ ਲੈਣਾ, ਫਿਰ ਲਗਾਤਾਰ ਇਹ ਸਰਕਲ ਬਣੀ ਜਾਂਦਾ। ਕਰਮ ਧਰਮ ਪਾ ਕੰਠ ਜੋ ਦਿਸੈ ਤਿਨ ਜਮ ਜਾਗਾਤੀ ਲੁੱਟੈ। ਉਹਦੇ ਚੋਂ ਫਿਰ ਚੰਗਾ ਜੀਵਨ ਜਿਹੜਾ ਉਹਦੀ ਘਾੜਤ ਨਹੀਂ ਘੜੀ ਜਾਂਦੀ, ਬਲਕਿ ਹਉਮੈ ਦਾ ਸਰਕਲ ਇੱਕ ਬਣ ਜਾਂਦਾ ਲਗਾਤਾਰ। ਹਉਮੈ ਹਉਮੈ ਹਉਮੈ, ਹੰਕਾਰ ਹੰਕਾਰ ਹੰਕਾਰ, ਉਹ ਚੀਜ਼ਾਂ ਜਿਹੜੀਆਂ ਨੇ ਫਿਰ ਉਸ ਖਾਤੇ ਪੈ ਗਏ। ਤੇ ਜਿਹੜਾ ਦਾਅਵਾ ਕਰੀ ਜਾਏ, ਵਿਖਾਵਾ ਕਰੀ ਜਾਏ, ਜਤਾਈ ਜਾਏ, ਉਹ ਕੀ ਹੈ? ਦੁਨੀਆ ਨੂੰ ਲੱਗਦਾ ਕਿੱਡਾ ਧਰਮੀ ਹੈ, ਇੰਨਾ ਕਰਦਾ, ਇੰਨਾ। ਉਹ ਦੁਨੀਆ ਦੀ ਨਜ਼ਰ 'ਚੋਂ ਜਾਗਦਾ ਹੈ। ਇੱਕ ਉਹ ਹੈ ਜਿਹੜਾ ਦਾਅਵਾ ਨਹੀਂ ਕਰਦਾ, ਜਤਾਉਂਦਾ ਨਹੀਂ, ਵਿਖਾਵਾ ਨਹੀਂ ਕਰਦਾ। ਕਈ ਵਾਰ ਆਪਾਂ ਨੂੰ ਲੱਗਦਾ ਇਹ ਬੰਦੇ ਨੂੰ ਧਰਮ ਦਾ ਕੀ ਪਤਾ ਹੋਣਾ, ਇਹਨੂੰ ਬੰਦੇ ਨੂੰ ਕੀ ਪਤਾ ਹੈ ਰੱਬ ਦੇ ਰਾਹ ਤੇ ਕਿਵੇਂ ਤੁਰਦਾ, ਇਹਨੂੰ ਕੀ ਪਤਾ ਕਮਾਈ ਕੀ ਹੁੰਦੀ ਹੈ। ਨਾ ਉਹ ਪਹਿਰਾਵੇ ਤੋਂ ਲੱਗੇ, ਨਾ ਉਹ ਗੱਲਬਾਤ ਤੋਂ ਦਾਅਵਾ ਕਰੇ, ਨਾ ਉਹਦੇ ਮਗਰ ਕੋਈ ਭੀੜ ਜੁਟੇ। ਸਾਡੀ ਦ੍ਰਿਸ਼ਟੀ 'ਚੋਂ ਸੁੱਤਾ ਹੁੰਦਾ ਵੀ ਇਹਨੂੰ ਪਤਾ ਹੀ ਕੱਖ ਨਹੀਂ, ਨਾ ਇਹਦਾ ਲਿਬਾਸ ਧਾਰਮਿਕ ਹੈ, ਨਾ ਇਹਦੀ ਗੱਲਬਾਤ 'ਚੋਂ ਕੋਈ ਇਸ ਤਰ੍ਹਾਂ ਦੀ ਗੱਲ ਝਲਕਦੀ ਹੈ ਵੀ ਕੋਈ ਕਮਾਈ ਕਰਦਾ ਹੋਏਗਾ, ਤੇ ਨਾ ਹੀ ਇਹ ਬੰਦੇ ਨਾਲ ਕੋਈ ਆਲੇ ਦੁਆਲੇ ਇਹੋ ਜਿਹਾ ਇਨਵਾਇਰਮੈਂਟ ਹੈ। ਹੁਣ ਦੁਨੀਆ ਦੀ ਦ੍ਰਿਸ਼ਟੀ ਵਿੱਚ ਉਹ ਅਣਜਾਣ ਹੋਇਆ ਨਾ, ਸੁੱਤਿਆਂ ਵਰਗਾ। ਤੇ ਜਿਹੜਾ ਮੇਰੇ ਵਰਗਾ ਦਾਅਵਾ ਕਰੇ ਉਹ ਜਾਗਦਿਆਂ 'ਚ ਹੋਇਆ, ਕਿਉਂਕਿ ਉਹਨੂੰ ਦੁਨੀਆ ਜਾਣਦੀ ਹੈ। ਉਹਨੂੰ ਚਾਰ ਜੀ ਜਾਣਦੇ ਨੇ, ਚਾਰ ਲੋਕ ਉਹਦੇ ਮਗਰ ਨੇ, ਚਾਰ ਲੋਕਾਂ ਨੂੰ ਉਹਦਾ ਪਤਾ ਹੁੰਦਾ। ਪਰ ਬਾਬਾ ਫਰੀਦ ਸਾਹਿਬ ਨੇ ਬੜੀ ਕਮਾਲ ਦੀ ਗੱਲ ਕਹੀ। ਕਹਿਣ ਲੱਗੇ ਕਈ ਵਾਰ ਉਹ ਦਾਅਵੇ ਖੋਰ ਜਿਹੜੇ ਹੁੰਦੇ ਨਾ, ਦਾਅਵਾ ਕਰਨ ਵਾਲੇ, ਦਾਅਵੇਦਾਰ, ਵਿਖਾਵੇ ਕਰਨ ਵਾਲੇ, ਦੁਨੀਆ ਨੂੰ ਦੱਸਣ ਵਾਲੇ, ਉਹ ਉਸ ਰੱਬੀ ਦਾਤ ਤੋਂ ਵਾਂਝੇ ਹੀ ਰਹਿ ਜਾਂਦੇ ਨੇ। ਉਹਨਾਂ ਦੇ ਅੰਦਰ ਉਹ ਜੀਵਨ ਘਾੜਤ ਪੈਦਾ ਹੀ ਨਹੀਂ ਹੁੰਦੀ, ਜਿਸ ਨੂੰ ਪਿਛਲੇ ਸ਼ਲੋਕਾਂ 'ਚ ਮਿਸਲ ਫਕੀਰਾਂ ਗਾਖੜੀ ਆਖਿਆ। ਰੱਬੀ ਬੰਦਿਆਂ ਵਰਗੀ ਰਹਿਣੀ ਉਹਨਾਂ ਅੰਦਰ ਪੈਦਾ ਹੀ ਨਹੀਂ ਹੁੰਦੀ।
ਉਹਨਾਂ ਪੱਲੇ ਵਿਖਾਵਾ, ਦੰਭ, ਦਾਵਾ ਇਹ ਚੀਜ਼ਾਂ ਹੀ ਰਹਿ ਜਾਂਦੀਆਂ। ਇਸੇ ਨੂੰ ਬਾਬਾ ਫਰੀਦ ਸਾਹਿਬ ਦੇ ਸਲੋਕਾਂ 'ਚ ਪਿੱਛੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੀ ਇਹ ਕਿਹਾ ਸੀ ਵੀ ਮੀਂਹ ਪੈਂਦਾ ਤੇ ਟਿੱਬੇ ਪਾਣੀ ਤੋਂ ਖਾਲੀ ਰਹਿ ਜਾਂਦੇ ਨੇ ਤੇ ਪਾਣੀ ਨੀਵੀਆਂ ਥਾਵਾਂ ਤੇ ਜਾ ਕੇ ਖਲੋ ਜਾਂਦਾ। ਮਤਲਬ ਹੰਕਾਰੀ ਖਾਲੀ ਰਹਿ ਜਾਂਦਾ ਤੇ ਨਿਮਰਤਾਵਾਨ ਸਭ ਕੁਝ ਹਾਸਲ ਕਰ ਲਈ। ਤੋ ਇੱਥੇ ਮਹਾਰਾਜ ਨੇ ਫਰਮਾਇਆ, ਕਹਿੰਦੇ ਇੱਕ ਨਾ ਸੁੱਤਿਆਂ ਦੇ ਉਠਾ। ਜਿਹੜੇ ਸੁੱਤੇ ਨੇ ਦੁਨੀਆ ਦੀ ਨਜ਼ਰ ਦ੍ਰਿਸ਼ਟੀ ਵਿੱਚ ਉਹ ਅਣਜਾਣ ਨੇ, ਉਹ ਭੁੱਲੇ ਵਿਸਰੇ ਨੇ, ਉਹਨਾਂ ਨੂੰ ਵਾਹਿਗੁਰੂ ਉਠਾ ਕੇ ਆਤਮਿਕ ਤੌਰ ਤੇ ਸੁਚੇਤ ਕਰ ਦਿੰਦਾ ਤੇ ਉਹ ਇਸ ਦਾਤ ਦੇ ਭਾਗੀਦਾਰ ਬਣ ਜਾਂਦੇ ਨੇ, ਉਹ ਇਸ ਦਾਤ ਨੂੰ ਹਾਸਲ ਕਰ ਲੈਂਦੇ ਨੇ। ਤੋ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਅਸੀਂ ਗੁਰੂ ਸਾਹਿਬਾਂ ਦੇ ਜੀਵਨ ਚੋਂ ਲੈ ਸਕਦੇ। ਹੁਣ ਵੇਖੋ ਨਾ, ਬਾਬਾ ਕਬੀਰ ਸਾਹਿਬ ਕਾਂਸ਼ੀ ਦੇ ਰਹਿਣ ਵਾਲੇ ਸਨ, ਬਨਾਰਸ। ਭਾਰਤ ਵਿੱਚ ਪੁਰਾਣਾ ਮੁਤਾਬਕ 7 ਪਵਿੱਤਰ ਪੁਰੀਆਂ ਨਗਰੀਆਂ ਹਨ, 7 ਪਵਿੱਤਰ ਨਗਰ ਨੇ, ਉਹਨਾਂ 'ਚ ਇੱਕ ਬਨਾਰਸ ਕਾਂਸ਼ੀ ਹੈ। ਕਾਂਸ਼ੀ ਨੂੰ ਸ਼ਿਵਪੁਰੀ ਵੀ ਕਿਹਾ ਜਾਂਦਾ ਹੈ। ਕਾਰਨ ਹੈ ਕਿ ਪੁਰਾਣਾ ਵਿੱਚ ਕਥਾ ਹੈ ਕਿ ਇੱਥੇ ਇਸ ਧਰਤੀ ਨੂੰ ਵਰ ਮਿਲਿਆ ਹੋਇਆ ਹੈ, ਜਿਹੜਾ ਇੱਥੇ ਪ੍ਰਾਣ ਤਿਆਗੋ ਸਵਰਗ ਜਾਂਦਾ ਹੈ। ਜਿਹੜਾ ਪ੍ਰਾਣ ਨਾ ਤਿਆਗ ਸਕੇ ਉਹਦਾ ਸੰਸਕਾਰ ਇੱਥੇ ਕਰ ਦਿਓ, ਜਿਹਦਾ ਸੰਸਕਾਰ ਵੀ ਨਾ ਹੋ ਸਕੇ ਉਹਦੀਆਂ ਅਸਥੀਆਂ ਤੇ ਰਾਖ ਇੱਥੇ ਗੰਗਾ 'ਚ ਪ੍ਰਵਾਹ ਕਰ ਦਿਓ, ਜਿਹਦਾ ਇੰਨਾ ਵੀ ਨਾ ਸਰੇ ਘੱਟੋ ਘੱਟ ਉੱਥੇ ਜਾ ਕੇ ਉਹਦੇ ਨਾਂ ਦੀ ਪੂਜਾ ਕਰਾ। ਵਿਧਾਨ ਬਣਾਏ, ਆਪਸ਼ਨਾਂ ਦੇਤੀਆਂ, ਇਹ ਆਪਸ਼ਨ ਹੈ, ਬੀ ਹੈ, ਸੀ ਹੈ, ਡੀ ਹੈ, ਸਾਰੀਆਂ ਆਪਸ਼ਨਾਂ ਦੇਤੀਆਂ। ਹੁਣ ਤੁਸੀਂ ਵੇਖੋ, ਬੜੇ ਧਰੰਤਰ ਵਿਦਵਾਨ, ਆਲਮ ਕਿਸਮ ਦੇ ਵਿਦਵਾਨ ਬੰਦੇ, ਜਿਨ੍ਹਾਂ ਨੂੰ ਸਿਮਰਤੀਆਂ, ਵੇਦ, ਪੁਰਾਣ, ਸ਼ਾਸਤਰ, ਉਹ ਸਾਰੇ ਗ੍ਰੰਥਾਂ ਦਾ ਬੜਾ ਗੂੜ ਗਿਆਨ, ਸਾਲਾਂ ਬੱਧੀ ਜਿਨ੍ਹਾਂ ਜ਼ਿੰਦਗੀ ਦੇ ਕਈ ਦਹਾਕੇ ਮਿਹਨਤ ਕੀਤੀ, ਉਹਨਾਂ ਗ੍ਰੰਥਾਂ ਤੇ ਕਮਾਈ ਕੀਤੀ, ਪੜ੍ਹਾਈ ਕੀਤੀ, ਸਿੱਖਿਆ ਲਈ, ਜੀਵਨ ਦਾ ਕਿੰਨਾ ਸਮਾਂ ਉਹਨਾਂ ਚੀਜ਼ਾਂ ਦੇ ਉੱਤੇ ਲਾਇਆ ਹੈ। ਤੇ ਬੜੀ ਕਠਿਨ ਮਾਰਗ ਹੈ, ਬਹੁਤ ਸੌਖਾ ਮਾਰਗ ਤੇ ਨਹੀਂ। ਜਿਸ ਵੇਲੇ ਦੁਨੀਆ ਸੁੱਤੀ ਹੋਏਗੀ, ਉਹ ਵਿਚਾਰੇ ਗ੍ਰੰਥਾਂ ਦੇ ਅੱਖਰਾਂ ਨਾਲ ਆਪਣੇ ਆਪ ਨੂੰ ਜੋੜ ਕੇ ਬੈਠੇ ਹੋਣਗੇ। ਘੰਟਿਆਂ ਬੱਧੀ ਉਹਨਾਂ ਅਭਿਆਸ ਕੀਤਾ। ਅਭਿਆਸ ਹਰ ਇੱਕ ਦਾ ਹੀ ਬੜਾ ਕਠਿਨ ਹੁੰਦਾ। ਤੁਸੀਂ ਵੇਖੋ, ਕੋਈ ਸੰਗੀਤਕਾਰ ਹੈ, ਆਪਾਂ ਨੂੰ ਤਾਂ ਲੱਗਦਾ ਲੈ ਸਾਜ਼ ਹੀ ਵਜਾਉਂਦਾ, ਇਹ ਕਿਤੇ ਕਿੱਡਾ ਔਖਾ ਕੰਮ ਹੈ, ਪਰ ਉਹਨੂੰ ਦਹਾਕੇ ਲੱਗ ਗਏ, ਉਮਰ ਦੇ ਦਹਾਕੇ, ਜ਼ਿੰਦਗੀ ਦੇ ਕਿੰਨੇ ਕੀਮਤੀ ਸਾਲ ਇਕੱਲਿਆਂ ਬਹਿ ਬਹਿ ਕੇ ਉਸਨੇ ਸੁਰਾਂ ਦੇ ਨਾਲ ਆਪਣੀ ਸੁਰਤ ਨੂੰ ਮੇੜਿਆ। ਸੌਖਾ ਕੰਮ ਥੋੜ੍ਹੀ ਸੀ। ਕੋਈ ਸਿਆਣਾ ਸੁਗੜ ਕਵੀ ਕਵਿਤਾ ਲਿਖਦਾ ਤੇ ਉਹਦੇ ਦਿਮਾਗ 'ਚ ਕਿਵੇਂ ਅਨੁਭਵ ਆਉਂਦਾ, ਕਿਵੇਂ ਉਹ ਬੜੀ ਮਿਹਨਤ ਨਾਲ ਪਿੰਗਲ ਤੇ ਰਸ ਤੇ ਕਾਵਕ ਗੁਣਾਂ ਨਾਲ ਉਹਨੂੰ ਸ਼ਿੰਗਾਰ ਕੇ ਕਾਗਜ਼ ਦੀ ਹਿੱਕ ਤੇ ਲਿਖਦਾ। ਸਧਾਰਨ ਬੰਦਾ ਲਿਖ ਸਕਦਾ? ਹਰ ਫੀਲਡ ਦੀ, ਹਰ ਕਰਮ ਦੀ ਆਪਣੀ ਮਿਹਨਤ ਹੈ, ਬੜੀ ਕਰੜੀ ਮਿਹਨਤ, ਬੜੀ ਕਰੜੀ ਘਾਲਣਾ ਜੇ ਕੋਈ ਕਰੇ ਤਾਂ। ਪਰ ਉਹ ਵਿਦਵਾਨ ਤਾਂ ਵਿਦਵਾਨ, ਉਹ ਧਾਰਮਿਕ ਗ੍ਰੰਥਾਂ ਦੇ ਵਿਦਵਾਨ। ਵੱਡੀ ਗੱਲ ਇਹ ਹੈ, ਉਸੇ ਨਗਰੀ ਦੇ ਵਿੱਚ ਹੀ ਰਹਿਣ ਵਾਲੇ ਨੇ ਕਬੀਰ ਜੀ। ਕਬੀਰ ਜੀ ਦਾ ਜਿਹੜਾ ਪੇਸ਼ਾ ਉਹ ਖੱਡੀ ਚਲਾਉਣਾ, ਕੱਪੜਾ ਬੁਣਨਾ ਹੈ। ਤੇ ਜੋ ਸਮਾਜਿਕ ਸਾਡੇ ਉੱਥੇ ਸਿਸਟਮ ਤਾਣਾ ਬਾਣਾ ਬਣਿਆ, ਉਹਦੇ ਮੁਤਾਬਕ ਉਹ ਜੁਲਾਹਾ ਪਰਿਵਾਰ ਨਾਲ ਸੰਬੰਧ ਰੱਖਦੇ ਨੇ। ਉਹਨਾਂ ਨੇ ਖੁਦ ਵੀ ਬਾਣੀ 'ਚ ਇਸ ਪੱਖ ਦੀਆਂ ਉਦਾਹਰਨਾਂ ਦਿੱਤੀਆਂ। ਤੇ ਉਸ ਬਰਾਦਰੀ ਵਿੱਚ ਉਹਨਾਂ ਨੂੰ ਮੰਨਿਆ ਗਿਆ ਹੈ ਵੀ ਜਿਹੜੀ ਬਰਾਦਰੀ ਨੂੰ ਧਰਮ ਅਸਥਾਨ ਉੱਤੇ ਜਾਣ ਦਾ ਅਧਿਕਾਰ, ਹੱਕ ਨਹੀਂ, ਨਾ ਉਹ ਵੇਦ ਪੜ੍ਹ ਸਕਦੇ, ਨਾ ਧਰਮ ਗ੍ਰੰਥ ਪੜ੍ਹ ਸਕਦੇ, ਨਾ ਪੂਜਾ ਪ੍ਰਤਿਸ਼ਠਾ ਕਰ ਸਕਦੇ, ਨਾ ਕੋਈ ਪਾਰਟੀਸਪੇਟ ਕਰ ਸਕਦੇ ਨੇ ਕਿਸੇ ਵੀ ਧਾਰਮਿਕ ਕੰਮ ਵਿੱਚ। ਉਹਨਾਂ ਨੂੰ ਹੱਕ ਨਹੀਂ ਸ਼ਾਸਤਰਾਂ ਮੁਤਾਬਕ। ਉਹਨਾਂ ਨੂੰ ਅਛੂਤ, ਨੀਵੇਂ, ਹੋਰ ਪਤਾ ਨਹੀਂ ਕਿਹੋ ਜਿਹੇ ਐਸੇ ਭੈੜੇ ਸ਼ਬਦ ਜਿਹੜੇ ਨੇ ਉਹਨਾਂ ਦੇ ਪ੍ਰਤੀ ਵਰਤੇ ਜਾਂਦੇ। ਪਰ ਹੁਣ ਕਿਸੇ ਨੇ ਇਹ ਸੋਚਿਆ ਹੋਏਗਾ ਕਿ ਕਬੀਰ ਜੀ ਐਸੇ ਧਰਮਾਤਮਾ ਹੋਣਗੇ? ਅਗਲੇ ਸੋਚਦੇ ਨੇ ਵੇਦ ਪੜ੍ਹਨ ਵਾਲਾ ਧਰਮਾਤਮਾ ਹੋਏਗਾ, ਖੱਡੀ ਚਲਾਉਣ ਵਾਲਾ ਧਰਮਾਤਮਾ ਕਿਵੇਂ ਹੋ ਸਕਦਾ? ਧਰਮ ਆਚਾਰੀਆ ਤਾਂ ਕੇਵਲ ਉਹ ਹੋ ਸਕਦਾ ਜਿਹੜਾ ਧਰਮ ਗ੍ਰੰਥ ਪੜ੍ਹਦਾ ਹੈ, ਮੰਦਰ 'ਚ ਰਹਿੰਦਾ ਹੈ, ਤੀਰਥ ਨਹਾਉਂਦਾ ਹੈ, ਸਾਰੇ ਧਰਮ ਕਰਮ ਕਰਦਾ ਹੈ। ਕਬੀਰ ਜੀ ਕਿਵੇਂ ਧਰਮਾਤਮਾ ਹੋ ਸਕਦਾ? ਖੱਡੀ ਚਲਾਉਂਦੇ ਨੇ, ਇਹਨੂੰ ਤਾਂ ਮੰਦਰ 'ਚ ਵੜਨ ਦਾ ਅਧਿਕਾਰ ਨਹੀਂ। ਧਰਮੀ ਤੇ ਉਹ ਹੁੰਦਾ ਜਿਹੜਾ ਮੰਦਰ ਜਾਂਦਾ ਹੈ, ਧਰਮੀ ਤੇ ਉਹ ਹੁੰਦਾ ਜਿਹੜਾ ਗ੍ਰੰਥ ਪੜ੍ਹਦਾ ਹੈ, ਸ਼ਾਸਤਰ, ਵੇਦ, ਸਿਮਰਤੀਆਂ, ਪੁਰਾਣ। ਧਰਮੀ ਤੇ ਉਹ ਹੁੰਦਾ ਜਿਹੜਾ ਧਰਮ ਕਰਮ ਕਰਦਾ ਹੈ। ਕਬੀਰ ਜੀ ਕੀ ਕਰਦੇ? ਇਹਨਾਂ ਨੂੰ ਤਾਂ ਹੱਕ ਹੀ ਨਹੀਂ ਕਰਨ ਦਾ।
ਨਾ ਮੰਦਰ ਜਾਣ ਦਾ ਹੱਕ ਹੈ, ਨਾ ਧਰਮ ਗ੍ਰੰਥ ਪੜ੍ਹਨ ਦਾ ਹੱਕ ਹੈ, ਨਾ ਉਹਨਾਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰਨ ਦਾ ਅਧਿਕਾਰ ਹੈ। ਪਰ ਧਰਮੀ ਕੌਣ ਸਾਬਤ ਹੋਇਆ? ਕਬੀਰ ਜੀ ਕਿ ਜਾਂ ਉਹ ਲੋਕ ਜਿਨ੍ਹਾਂ ਨੂੰ ਸਾਰਾ ਕੁਝ ਕਰਨ ਦਾ ਹੱਕ ਸੀ ਤੇ ਉਹ ਕਰ ਰਹੇ ਸਨ? ਨਹੀਂ, ਕਬੀਰ ਜੀ ਮਹਾਨ ਧਾਰਮਿਕ ਤੱਤਵੇਤਾ ਮਹਾਂਪੁਰਖ ਹੋਏ। ਉਸ ਸਟਰਕਚਰ ਦੇ ਵਿੱਚ ਜਿਹੜਾ ਬਣਾਇਆ ਗਿਆ ਧਰਮ ਕਰਮ ਲਈ, ਉਹਦੇ ਵਿੱਚ ਕਬੀਰ ਜੀ ਹਾਸ਼ੀਏ ਤੋਂ ਬਾਹਰ ਨੇ। ਪਰ ਸੱਚੀ ਗੱਲ ਹੈ ਕਿ ਉਹ ਧਰਮ ਦੇ ਹਾਸ਼ੀਏ 'ਚ ਪੂਰੇ ਆਏ। ਇੱਕ ਜਾਂ ਗੰਦੇ ਨਾ ਲਹਿਣ, ਦਾਅਵੇਦਾਰ ਜਿਹੜੇ ਸਨ ਪਿੱਛੇ ਰਹਿ ਗਏ। ਇੱਕ ਨਾ ਸੁੱਤਿਆਂ ਦੇ, ਜਿਨ੍ਹਾਂ ਨੂੰ ਅਛੋਪਲੇ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਹਾਸ਼ੀਏ ਤੋਂ ਬਾਹਰ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਇਸ ਫੀਲਡ ਦੇ ਮੰਨਿਆ ਹੀ ਨਹੀਂ ਗਿਆ, ਉਹ ਧਰਮੀ ਮਹਾਤਮਾ ਮਹਾਂਪੁਰਖ ਸਿੱਧ ਹੋਏ। ਕਿਉਂਕਿ ਦਾਤ ਬੰਦੇ ਦੀ ਨਹੀਂ, ਇਹ ਦਾਤ ਮੇਰੇ ਮਾਲਕ ਦੀ ਹੈ, ਜਿਹਨੂੰ ਉਹ ਆਪਣੀ ਦਾਤ ਦੇ ਦਿੰਦਾ ਹੈ। ਜਿਸ ਨੂੰ ਸਾਹਿਬ ਨੇ ਇੱਕ ਥਾਂ ਕਿਹਾ ਨਾ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂਦੇ। ਤੋ ਅਗਲੇ ਸ਼ਲੋਕ ਵਿੱਚ ਮਿਹਰ ਕਰਦੇ ਹਨ, ਢੂੰਢੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿਨਾ ਨਾਉ ਸੁਹਾਗਣੀ ਤਿਨਾ ਝਾਕ ਨਾ ਹੋਰ। ਹੀ ਆਪਣੇ ਖਸਮ ਨੂੰ, ਸੁਹਾਗ ਨੂੰ, ਕੰਤ ਨੂੰ, ਮਾਲਕ ਨੂੰ, ਪਰਮੇਸ਼ਰ ਨੂੰ ਢੂੰਡਣ ਵਾਲੀਏ ਜਿੰਦੇ, ਜੇ ਤੇਰੀ ਖੋਜ ਭਾਲ ਵੀ ਸਫਲ ਨਹੀਂ ਹੋਈ, ਖੋਜਦਿਆਂ ਖੋਜਦਿਆਂ ਵੀ ਤੂੰ ਆਪਣੇ ਕੰਤ ਮਾਲਕ ਪਰਮੇਸ਼ਰ ਨੂੰ ਹੇ ਮੇਰੀ ਜਿੰਦੇ ਨਹੀਂ ਪਾ ਸਕੀ, ਤਾਂ ਇਹਦਾ ਮਤਲਬ ਹੈ ਤਉ ਤਨ ਕਾਈ ਕੋਰ। ਕੋਰ ਦਾ ਮਤਲਬ ਹੁੰਦਾ ਹੈ ਕਾਣ, ਘਾਟ, ਕਮਜ਼ੋਰੀ, ਫਾਲਟ। ਕੋਈ ਨਾ ਕੋਈ ਕਮਜ਼ੋਰੀ ਹੈ ਫਿਰ ਤੇਰੇ ਅੰਦਰ। ਜੇ ਤੂੰ ਢੂੰਡ ਵਿੱਚ ਵੀ ਹੈ, ਖੋਜ ਵਿੱਚ ਵੀ ਹੈ, ਤੇ ਤੇਰੀ ਖੋਜ ਵੀ ਸਫਲ ਨਹੀਂ ਹੋ ਰਹੀ, ਤੇ ਜ਼ਰੂਰ ਤੇਰੇ 'ਚ ਕੋਈ ਕਾਣ ਹੈ, ਤੇਰੇ 'ਚ ਕੋਈ ਭੁੱਲ ਹੈ, ਤੇਰੇ 'ਚ ਕੋਈ ਊਣਤਾਈ ਹੈ। ਤੇ ਉਹ ਊਣਤਾਈ ਵੱਲ ਵੀ ਧਿਆਨ ਦਿਵਾਇਆ ਬਾਬਾ ਫਰੀਦ ਸਾਹਿਬ ਨੇ। ਉਹ ਕੀ ਹੈ? ਕਹਿੰਦੇ ਜਿਨ੍ਹਾਂ ਨਾਉ ਸੁਹਾਗਣੀ। ਸੁਹਾਗਣ ਤੇ ਦੁਹਾਗਣ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਏ ਨੇ ਬੜੀ ਵਾਰ। ਦੁਹਾਗਣ ਕਹਿੰਦੇ ਹਨ ਦੁਹਾਗਣ, ਜੋ ਆਪਣੇ ਖਸਮ ਕੰਤ ਮਾਲਕ ਤੋਂ ਬਿਨਾਂ ਹੋਰ ਵਿੱਚ ਵੀ ਝਾਕ ਪਾਲੇ, ਦੂਜੇ ਪਾਸੇ ਦਾ ਵੀ ਰੁਖ ਕਰੇ, ਉਹਨੂੰ ਕਿਹਾ ਗਿਆ ਹੈ ਦੁਹਾਗਣ। ਤੇ ਸੁਹਾਗਣ ਕਿਹਨੂੰ ਕਿਹਾ ਗਿਆ? ਜੋ ਆਪਣੇ ਕੰਤ ਵਿੱਚ, ਪਰਮੇਸ਼ਰ ਵਿੱਚ, ਵਾਹਿਗੁਰੂ ਵਿੱਚ ਪੂਰਨ ਯਕੀਨ ਰੱਖ ਕੇ ਉਹਦੇ ਤੋਂ ਬਿਨਾਂ ਕਿਸੇ ਦੂਜੀ ਹਸਤੀ ਵੱਲ ਧਿਆਨ ਨਹੀਂ ਕਰਦਾ, ਉਹ ਸੁਹਾਗਣ ਹੈ। ਭਾਵ ਜਿੱਥੇ ਦੂਜੇ ਨੂੰ ਥਾਂ ਹੀ ਨਹੀਂ। ਮਹਾਰਾਜ ਗੁਰੂ ਅਰਜਨ ਸਾਹਿਬ ਦਾ ਕਈ ਵਾਰ ਇਹ ਮੁੱਖ ਵਾਕ ਆਪਾਂ ਪੜ੍ਹਿਆ, ਤੁਧ ਬਿਨ ਦੂਜਾ ਨਾਹੀ ਕੋਈ। ਹੁਣ ਸਧਾਰਨ ਤੌਰ ਤੇ ਆਪਾਂ ਕਹਿੰਦੇ ਹਾਂ ਰੱਬ ਤੋਂ ਬਿਨਾਂ ਤੇ ਕੋਈ ਨਹੀਂ ਨਾ ਹੈ, ਰੱਬ ਹੀ ਹੈ। ਪਰ ਅਸੀਂ ਇਹ ਜਾਣਕਾਰੀ ਚੋਂ ਕਹਿੰਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਆਪਣੇ ਤਜਰਬੇ ਤੇ ਅਨੁਭਵ ਚੋਂ ਕਿਹਾ, ਉਹਨਾਂ ਨੇ ਆਪਣੀ ਫੀਲਿੰਗ ਚੋਂ ਕਿਹਾ, ਉਹਨਾਂ ਨੇ ਇਸ ਚੀਜ਼ ਨੂੰ ਹੰਢਾ ਕੇ ਵੇਖਿਆ। ਤੇਰੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਤੂੰ ਕਰਤਾਰ, ਕਰਤਾਰ ਦਾ ਮਤਲਬ ਕ੍ਰੀਏਟਰ, ਸਿਰਜਣਹਾਰ, ਕਰਨ ਵਾਲਾ। ਕਰੈ ਤੂੰ ਜੋ ਕਰਦਾ ਹੈ ਸੋ ਉਹੀ ਹੁੰਦਾ ਹੈ। ਯਾਨੀ ਕਿ ਤੇਰਾ ਹੁਕਮ, ਤੇਰੀ ਕਲਾ ਹੀ ਸਾਰੀ ਕੁਦਰਤ ਵਿੱਚ ਵਰਤ ਰਹੀ ਹੈ। ਤੇਰਾ ਜ਼ੋਰ, ਤੇਰੀ ਮਨ ਟੇਕ, ਤੇਰੀ ਤਾਕਤ ਉੱਤੇ ਹੀ ਮੇਰੀ ਟੇਕ ਹੈ। ਤੇਰੀ ਸਮਰੱਥਾ ਉੱਤੇ ਮੈਨੂੰ ਪੂਰਨ ਯਕੀਨ ਤੇ ਭਰੋਸਾ ਹੈ। ਤੇ ਮੈਂ ਤੇਰੀ ਸਮਰੱਥਾ ਨੂੰ ਕਈ ਰੂਪਾਂ ਵਿੱਚ ਵਰਤਦਾ ਹੋਇਆ ਵੇਖਦਾ। ਸਦਾ ਸਦਾ ਜਪ ਨਾਨਕ ਏਕ। ਫਿਰ ਫਰਮਾਇਆ ਸਭ ਉੱਪਰ ਪਾਰ ਬ੍ਰਹਮ ਦਾਤਾਰ, ਤੇਰੀ ਟੇਕ ਤੇਰਾ ਆਧਾਰ ਹੈ। ਤੂੰ ਹੋਵਨਹਾਰ, ਅਗੰਮ ਅਗਾਧ ਊਚ ਅਪਾਰ। ਕੈਸੀਆਂ ਸਿਫਤਾਂ ਕੀਤੀਆਂ ਨੇ, ਕਿੰਨੀ ਸ਼ਿੱਦਤ ਨਾਲ ਤੁਹਰ ਅੰਦਰੋਂ ਵਡਿਆਈ ਕੀਤੀ ਹੈ, ਗੁਣਗਾਨ ਕੀਤਾ ਹੈ। ਇਬਾਦਤ, ਇਹ ਸ਼ਬਦ ਇਬਾਦਤ ਹੈ, ਇਹ ਬੰਦਗੀ ਹੈ। ਤੇ ਹਜ਼ੂਰ ਮਹਾਰਾਜ ਕਹਿੰਦੇ ਜਿਨ੍ਹਾਂ ਨਾਉ ਸੁਹਾਗਣੀ, ਜਿਨ੍ਹਾਂ ਨੇ
ਜਿਹੜੀਆਂ ਸੁਹਾਗਣਾ ਖਵਾਉਂਦੀਆਂ ਹੋਣ, ਜਿਹੜੇ ਰੱਬ ਦੇ ਰਾਹ ਤੇ ਤੁਰਨ ਦਾ ਆਪਣੇ ਮਨ ਅੰਦਰ ਵਿਚਾਰ ਪਾਲ ਕੇ ਤੁਰੇ ਹੋਣ ਵੀ ਅਸੀਂ ਰੱਬ ਵਾਲੇ ਰਾਹ ਤੇ ਤੁਰਨਾ ਹੈ ਜਾਂ ਤੁਰੇ ਹੋਏ ਹਾਂ, ਤਿਨਾਂ ਝਾਕ ਨਾ ਹੋਰ। ਉਹਨਾਂ ਨੂੰ ਕਿਸੇ ਹੋਰ ਪਾਸੇ ਦੀ ਟੇਕ ਨਹੀਂ ਰੱਖਣੀ ਚਾਹੀਦੀ। ਇੱਕ ਖੁਦਾ ਤੋਂ ਬਿਨਾਂ ਉਹਨਾਂ ਨੂੰ, ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਝਾਕ ਨਹੀਂ ਚਾਹੀਦੀ, ਤੇ ਦੂਜਾ ਆਪਣੀ ਹਉਮੈ ਤੇ ਹੰਕਾਰ ਤੇ ਟੇਕ ਨਹੀਂ ਚਾਹੀਦੀ। ਉਹ ਟੇਕ ਰੱਖਣ ਉਹਦੀ ਤਾਕਤ ਉੱਤੇ, ਉਹਦੀ ਬਖਸ਼ਿਸ਼ ਉੱਤੇ, ਆਪਣੀ ਮਨਮਤ ਆਪਣੇ ਗੁਰੂਰ ਉੱਤੇ ਨਾ ਰੱਖਣ, ਆਪਣੇ ਅੰਦਰ ਦੇ ਤਾਂਡ ਉੱਤੇ ਨਾ ਰੱਖਣ। ਉਹ ਵਾਹਿਗੁਰੂ ਨੂੰ ਵਰਤਦਾ ਹੋਇਆ ਆਪਣੇ ਜੀਵਨ ਵਿੱਚ ਵੇਖਣ, ਆਪਣੀ ਹਉਮੈ ਦੇ ਦਾਅਵੇ ਨਾ ਬੰਨਣ। ਤੋ ਜਿਨ੍ਹਾਂ ਨਾਉ ਸੁਹਾਗਣੀ ਤਿਨਾਂ ਝਾਕ ਨਾ ਹੋਰ। ਤੇ ਜੇ ਹੋਰ ਪਾਸੇ ਦੀ ਝਾਕ ਹੈ, ਇਸੇ ਨੂੰ ਕਿਹਾ ਹੈ ਉੱਤੇ ਪਹਿਲੀ ਪੰਕਤੀ ਵਿੱਚ, ਤਉ ਤਨ ਕਾਈ ਕੋਰ। ਫਿਰ ਇਹਦਾ ਮਤਲਬ ਕੋਈ ਕਸਰ ਹੈ, ਕੋਈ ਊਣਤਾਈ ਹੈ, ਕੋਈ ਭੁੱਲ ਹੈ, ਕੋਈ ਕਮੀ ਹੈ। ਤੇ ਉਹ ਕਮੀ ਤੇ ਭੁੱਲ ਇਹੀ ਹੈ, ਹੋਰ ਪਾਸੇ ਦੀ ਝਾਕ, ਹਉਮੈ ਹੰਕਾਰ ਤੇ ਜ਼ਿਆਦਾ ਤਾਕਤ ਜ਼ੋਰ ਦੇ ਕੇ ਆਪਣੇ ਜੀਵਨ ਵਿੱਚ ਅੱਗੇ ਤੁਰਨਾ ਤੇ ਸੋਚਣਾ ਵੀ ਇਵੇਂ ਮੈਂ ਰੱਬ ਦੀ ਬਰਕਤ ਤੇ ਬਖਸ਼ਿਸ਼ ਨੂੰ ਹਾਸਲ ਕਰ ਲਵਾਂਗਾ। ਧਰਮ ਦੇ ਮਾਰਗ ਤੇ ਤੁਰਨ ਵਾਲਾ ਕੇਵਲ ਟੇਕ ਰੱਖਦਾ ਉਹਦੀ ਬਖਸ਼ਿਸ਼ ਉੱਤੇ, ਉਹਦੀ ਮਿਹਰ ਉੱਤੇ, ਉਹਦੀ ਕਿਰਪਾ ਉੱਤੇ। ਅਸੀਂ ਗੁਰੂ ਸਾਹਿਬਾਂ ਦਾ ਜੀਵਨ ਪੜ੍ਹਦੇ ਹਾਂ, ਬੜੀ ਘਾਲਣਾ ਕੋਈ ਸਿੱਖ ਜਦੋਂ ਘਾਲਦਾ ਹੈ ਤੇ ਮੇਰੇ ਹਜ਼ੂਰ ਉਹਨੂੰ ਆਪਣੇ ਮੁਬਾਰਕ ਚਰਨਾਂ ਵਿੱਚ ਸੱਦ ਕੇ ਮਾਣ ਦਿੰਦੇ ਨੇ। ਤੇ ਉਹਨੂੰ ਕਈ ਵਾਰ ਪੁੱਛਦੇ ਨੇ ਮੇਰੇ ਮਹਾਰਾਜ, ਸਾਖੀਆਂ 'ਚ ਐਸਾ ਜ਼ਿਕਰ ਆਉਂਦਾ, ਤੇਰੀ ਕੀ ਇੱਛਾ ਹੈ? ਹੁਣ ਬੰਦਾ ਇੱਛਾਵਾਂ ਦਾ ਪੁਤਲਾ ਹੈ ਨਾ। ਮੈਂ ਇਹ ਸਾਖੀ ਕਈ ਵਾਰ ਸਾਂਝੀ ਕੀਤੀ। ਭਾਈ ਮਹਾਂ ਸਿੰਘ ਆਖਰੀ ਸਿੱਖ ਸਨ ਜਿਨ੍ਹਾਂ ਨੇ ਖਿਦਰਾਣੇ ਦੀ ਢਾਬ ਉੱਤੇ ਜੰਗ ਲੜੀ ਤੇ ਅਖੀਰ ਦੇ ਵਿੱਚ ਮਹਾਰਾਜ ਦੇ ਪਾਵਨ ਗੋਦ ਵਿੱਚ ਆਪਣੇ ਪ੍ਰਾਣ ਤਿਆਗੇ। ਮੇਰੇ ਹਜ਼ੂਰ ਉਹਨੂੰ ਪੁੱਛਦੇ ਨੇ, ਤੇਰੀ ਕੋਈ ਇੱਛਾ ਹੈ? ਬੰਦਾ ਭੁੱਖਾ ਹੋਵੇ ਤੇ ਰੋਟੀ ਦੀ ਮੰਗ ਕਰਦਾ, ਨੰਗਾ ਹੋਵੇ ਤੇ ਕੱਪੜਾ ਮੰਗਦਾ, ਬੇਘਰਾ ਹੋਵੇ ਤੇ ਘਰ ਮੰਗਦਾ, ਸਤਿਕਾਰ ਨਾ ਮਿਲੇ ਤੇ ਸਤਿਕਾਰ ਮੰਗਦਾ। ਜਾਨ ਜਾ ਰਹੀ ਹੋਵੇ ਤੇ ਬੰਦਾ ਸਭ ਤੋਂ ਵੱਧ ਕੀਮਤੀ ਕਿਹੜੀ ਚੀਜ਼ ਮੰਗੇਗਾ? ਆਖੇਗਾ ਜੀ ਸਵਾਸ ਬਖਸ਼ ਦਿਓ, ਜ਼ਿੰਦਗੀ ਬਚ ਜਾਏ। ਇਵੇਂ ਕਹਿੰਦਾ ਨਾ, ਬੰਦਾ ਤਰਲੇ ਲੈਂਦਾ ਆਪਣੀ ਜਾਨ ਵਾਸਤੇ। ਜਿਹਦੇ ਸਾਹਾਂ ਦੀ ਡੋਰ ਟੁੱਟ ਰਹੀ ਹੋਵੇ ਉਹਨੂੰ ਗਰੀਬ ਨਵਾਜ ਕਲਗੀਧਰ ਸਵਾਮੀ ਪੁੱਛਦੇ ਹਨ ਵੀ ਤੈਨੂੰ ਕੀ ਚਾਹੀਦਾ, ਤੇਰੀ ਇੱਛਾ ਕੀ ਹੈ? ਕਮਾਲ ਹੈ, ਉਹ ਇੱਕ ਵਾਰ ਵੀ ਨਹੀਂ ਕਹਿੰਦਾ ਮਹਾਰਾਜ ਜ਼ਿੰਦਗੀ ਬਚ ਜਾਏ ਤੇ ਹੋਰ ਸੇਵਾ ਕਰਾਂਗਾ, ਮਹਾਰਾਜ ਜੀਵਨ ਦਾਨ ਬਖਸ਼ ਦਿਓ, ਬੜਾ ਰਿਣੀ ਰਹਾਂਗਾ। ਸਤਿਗੁਰੂ ਮਹਾਰਾਜ ਦੇ ਚਰਨਾਂ 'ਚੋਂ ਟੁੱਟਦੀ ਸਾਹਾਂ ਦੀ ਲੜੀ ਨਾਲ ਇੱਕੋ ਹੀ ਗੱਲ ਕਹੀ, ਮਹਾਰਾਜ ਸਿੱਖੀ ਦਾਨ ਬਖਸ਼ੋ, ਸਿੱਖੀ ਦਾਨ ਬਖਸ਼ੋ। ਕਮਾਲ ਦੀ ਗੱਲ ਹੈ। ਸਤਿਗੁਰੂ ਉਹਨੂੰ ਹੱਕ ਦੇ ਰਹੇ ਨੇ ਵੀ ਤੂੰ ਹੱਕ ਨਾਲ ਮੰਗ, ਤੂੰ ਕੁਝ ਵੀ, ਤੂੰ ਕਹਿਣਾ ਚਾਹੁੰਦਾ ਕੁਝ ਕਹਿ। ਉਹ ਆਪਣੇ ਹੱਕ ਦਾ ਇਸਤੇਮਾਲ ਹੀ ਨਹੀਂ ਕਰਦਾ, ਉਹ ਬੇਨਤੀ ਕਰਦਾ, ਉਹ ਦਾਅਵਾ ਹੀ ਨਹੀਂ ਕਰਦਾ। ਉਹਦੀ ਅਰਦਾਸ, ਉਹਦੀ ਬੇਨਤੀ ਹੈ, ਉਹਦਾ ਨਿਮਾਣਾ ਤੇ ਨਤਾਣਾਪਨ ਹੈ। ਜ਼ੋਰ ਕੋਈ ਨਹੀਂ ਵੀ ਮਹਾਰਾਜ ਮੈਂ ਤਾਂ ਤੁਹਾਡੀ ਸੇਵਾ ਕਰਦਿਆਂ ਪ੍ਰਾਣ ਤੱਕ ਵੀ ਦੇ ਰਿਹਾ, ਮੇਰੇ ਸਾਹਾਂ ਦੀ ਡੋਰ ਟੁੱਟ ਰਹੀ ਹੈ, ਮੈਂ ਇੰਨਾ ਕੁਝ ਕੀਤਾ। ਹਾਂ, ਆਖਿਆ ਮਹਾਰਾਜ ਤੁਹਾਡੀ ਬਖਸ਼ਿਸ਼ ਹੈ, ਤੁਸੀਂ ਸੇਵਾ ਲੈਣੀ ਸੀ ਲੈ ਲਈ। ਕਮਾਲ ਹੈ, ਇੰਨੀ ਮਿਹਨਤ ਤੇ ਇੰਨਾ ਯਤਨ, ਇੰਨੀ ਕੋਸ਼ਿਸ਼, ਇੰਨੀ ਲਗਨ ਨਾਲ ਆਪਾ ਤੱਕ ਕੁਰਬਾਨ ਕਰਨ ਵਾਲੇ ਦੇ ਅੰਦਰ ਹਉਂ ਦਾ ਜ਼ੋਰ ਹੀ ਹੈ ਨਹੀਂ ਵੀ ਮੈਂ ਕੀਤਾ। ਉਹ ਕਹਿੰਦੇ ਤੁਹਾਡੀ ਬਖਸ਼ਿਸ਼ ਨਾਲ ਇਹ ਸੇਵਾ ਹੋਈ, ਬਸ ਬਖਸ਼ੋ, ਸਿੱਖੀ ਸਿਦਕ ਭਰੋਸਾ ਬਖਸ਼ੋ। ਤੋ ਸਤਿਗੁਰੂ ਮਹਾਰਾਜ ਇਸ ਨੂੰ ਕਹਿੰਦੇ ਹਨ ਸੁਹਾਗਣ ਹੋਣਾ, ਇਸ ਨੂੰ ਕਹਿੰਦੇ ਹਨ ਇੱਕ ਦਰ ਦੀ ਪ੍ਰਤੀਤ ਪਾਲਣੀ, ਆਪਣਾ ਜੀਵਨ ਸਮਰਪਣ ਭਾਵ ਵਿੱਚ ਜੀਣਾ। ਗਰੀਬ ਨਵਾਜ ਕਿਰਪਾ ਕਰਨ। ਅਗਲੇ ਸ਼ਲੋਕਾਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।